जी ਅਮਰੀਕਾ ਦੇ ਵਿੱਚ ਉਹ ਵੀਰ ਨੇ ਮਨੁੱਖਤਾ ਦੇ ਨਾਮ ਤੇ ਆਪਣੀ ਜਿਹੜੀ ਸ਼ਹੀਦੀ ਦਿੱਤੀ ਆ। ਸਾਡੇ ਜਿਹੜੇ ਮੌਜੂਦਾ ਐਮਪੀ ਨੇ ਸਨੀ ਦਿਓਲ ਜੀ, ਉਹਨਾਂ ਵਰ ਨਾਲ ਰਾਬਤਾ ਜਦੋਂ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਪੂਰੀ ਸਪੋਰਟ ਦੇ ਨਾਲ, ਪੂਰੀ ਡੈਡੀਕੇਸ਼ਨ ਦੇ ਨਾਲ ਇਹ ਕੰਮ ਨੂੰ ਆਪਣੀ ਦਿਲਚਸਪੀ ਦਿਖਾਉਂਦੇ ਹੋਏ ਮਾਤਰ 10 ਤੋਂ 11 ਦਿਨ ਦੇ ਵਿੱਚ ਹੀ ਜਿਹੜੀ ਪਾਰਥਿਵ ਸਰੀਰ ਸੀ ਉਹਨੂੰ ਸਾਡੇ ਪਿੰਡ ਦੇ ਵਿੱਚ ਪਹੁੰਚਾ ਦਿੱਤਾ। ਪੰਜਾਬ ਸਰਕਾਰ ਨੂੰ, ਭਾਰਤ ਸਰਕਾਰ ਨੂੰ ਚਾਹੀਦਾ ਕੁਝ ਨਾ ਕੁਝ ਨਾ ਕਰਨਾ ਚਾਹੀਦਾ। ਜਿੱਦਾਂ ਉਹਨਾਂ ਦਾ ਵੱਡਾ ਲੜਕਾ ਵਾ ਉਹਨੂੰ ਨੌਕਰੀ ਮਿਲਣੀ ਚਾਹੀਦੀ ਹੈ। ਬੀਤੇ ਦਿਨ ਕੈਲੀਫੋਰਨੀਆ ਦੀ ਨਹਿਰ ਦੇ ਵਿੱਚ ਡੁੱਬ ਰਹੇ 3 ਬੱਚਿਆਂ ਨੂੰ ਬਚਾਉਂਦਿਆਂ ਡੇਰਾ ਬਾਬਾ ਨਾਨਕ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਸ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਲਈ ਗੁਰਦਾਸਪੁਰ ਤੋਂ ਐਮਪੀ ਸਨੀ ਦਿਓਲ ਨੇ ਪਰਿਵਾਰ ਨੂੰ ਸਹਿਯੋਗ ਦਿੱਤਾ ਹੈ। ਪਰਿਵਾਰ ਅਤੇ ਪਿੰਡ ਦੇ ਸਰਪੰਚ ਦਾ ਆਖਣਾ ਹੈ ਕਿ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਭਾਰਤ ਲਿਆਉਣ ਦੇ ਲਈ ਗੁਰਦਾਸਪੁਰ ਤੋਂ ਐਮਪੀ ਸਨੀ ਦਿਓਲ ਦੇ ਅੱਗੇ ਗੁਹਾਰ ਲਗਾਈ ਗਈ ਸੀ, ਜਿਸ ਤੋਂ ਬਾਅਦ ਉਹਨਾਂ ਦੀ ਮਦਦ ਅਤੇ ਸਹਿਯੋਗ ਸਦਕਾ ਹੀ ਘੱਟ ਦਿਨਾਂ ਦੇ ਵਿੱਚ ਮ੍ਰਿਤਕ ਨੌਜਵਾਨ ਦੀ ਦੇਹ ਭਾਰਤ ਪਹੁੰਚ ਪਾਈ ਅਤੇ ਉਹ ਅੰਤਿਮ ਰਸਮਾਂ ਆਪਣੇ ਹੱਥੀਂ ਕਰ ਪਾਏ। ਪਿਛਲੇ ਦਿਨੀ ਅਮਰੀਕਾ ਦੇ ਕੈਲੀਫੋਰਨੀਆ ਦੀ ਕਿੰਗਸ ਰਿਵਰ ਦੇ ਵਿੱਚ ਕੁਝ ਬੱਚੇ ਜਿਹੜੇ ਨੇ ਡੁੱਬ ਗਏ ਸਨ, ਜਿਨ੍ਹਾਂ ਨੂੰ ਡੇਰਾ ਬਾਬਾ ਨਾਨਕ ਹਲਕੇ ਦੇ ਜਿਹੜੇ ਸ਼ੀਨਾ ਰੇਲ ਵਾਲਾ ਪਿੰਡ ਦੇ ਮਨਜੀਤ ਸਿੰਘ ਦੇ ਵੱਲੋਂ ਜਿਹੜਾ ਉਹਨਾਂ ਨੂੰ ਬਚਾਇਆ ਗਿਆ ਸੀਗਾ ਤੇ ਆਪਣੀ ਜਾਨ ਜਿਹੜੀ ਉਹਨਾਂ ਦੇ ਵੱਲੋਂ ਕੁਰਬਾਨ ਜਿਹੜੀ ਕਰ ਦਿੱਤੀ ਗਈ ਸੀ। ਅਸੀਂ ਇਸ ਵੇਲੇ ਸ਼ੀਨਾ ਰੇਲ ਵਾਲਾ ਦੇ ਵਿੱਚ ਪਹੁੰਚੇ ਹਾਂ ਤੇ ਸਾਡੇ ਨਾਲ ਉਹਨਾਂ ਦਾ ਪਰਿਵਾਰ ਆ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਹਾਂਜੀ, ਜਿਹੜੀ ਹੁਣ ਜਿਹੜੀ ਡੈਡ ਬੋਡੀ ਹੈ ਉਹਨਾਂ ਦੀ, ਉਹ ਕਿਵੇਂ ਜਿਹੜੀ ਇੱਥੇ ਲਿਆਂਦੀ? ਡੈਡ ਬਾਈ ਤੇ ਬਾਈ ਇਹ ਨਹੀਂ ਹੋਣੀ ਜੀ, ਪਰ ਕੋਲ ਆਪਣੇ ਸਾਡੇ ਸਨੀ ਦਿਓਲ ਨੇ ਸਾਡੇ ਹਲਕੇ ਦੇ, ਉਹਨਾਂ ਕਾਫੀ ਆਪਣਾ ਮਿਹਨਤ ਕੀਤੀ ਹੈ ਜੀ। ਹਾਂਜੀ, ਉਹਨਾਂ ਦੀ ਜਿਹੜੀ ਹੱਥ ਕਿੱਦਾਂ ਉਹਨਾਂ ਨੇ ਕਿੱਦਾਂ ਪਹੁੰਚ ਕੀਤੀ ਮਤਲਬ ਤੁਹਾਡੇ ਤੱਕ? ਕੀ ਜ਼ਿਆਦਾ ਆਪਣੇ ਪੰਥਦੀਪ ਸਿੰਘ ਦੀ ਜ਼ਿਆਦਾ ਜੀ, ਸਰਪੰਚ ਪੰਥਦੀਪ ਨੇ ਉਹਨਾਂ ਤੱਕ ਸਾਡੀ ਪਹੁੰਚ ਕੀਤੀ, ਸਾਡੇ ਬਾਬੂ ਵੀ ਨਹੀਂ। ਹਾਂਜੀ, ਤੇ ਕੀ ਮਤਲਬ ਕਦੋਂ ਤੋਂ ਉੱਥੇ ਰਹਿ ਰਹੇ ਸਨ ਅਮਰੀਕਾ, ਤੇ ਪੂਰੀ ਗੱਲਬਾਤ ਆ? 2-2.5 ਸਾਲ ਤੋਂ ਉੱਥੇ ਰਹਿ ਰਹੇ ਜੀ। ਹੁਣ ਗਿਆ ਨੂੰ 2-2.5 ਸਾਲ ਹੋ ਗਏ। ਕੀ ਕੰਮ ਕਰਦੇ ਸੀ ਉੱਥੇ? ਪਹਿਲਾਂ ਤਾਂ ਕਰਦੇ ਸੀ ਆਪਣੇ ਉਹ ਸਟੋਰਾਂ 'ਚ ਹੀ ਕੰਮ ਕਰਦੇ ਰਹੇ। ਹੁਣ ਕੋਈ 2 ਸਾਲਾਂ ਬਾਅਦ ਇੱਥੇ ਆ ਗਏ ਸੀ ਆਪਣੇ ਕੈਲੀਫੋਰਨੀਆ 'ਚ, ਉੱਥੇ ਆਪਣਾ ਲਾਇਸੈਂਸ ਬਣਾ। ਤੇ ਕਿੱਦਾਂ ਦਾ ਮਤਲਬ ਦੁੱਖ ਦੀ ਘੜੀ ਹੈ, ਪਰ ਇਸ ਦੁੱਖ ਦੀ ਘੜੀ ਦੇ ਉੱਤੇ ਜਿਹੜਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਤੁਹਾਡੇ ਜਿਹੜੇ ਸਪੁੱਤਰ ਨੇ ਉਹਨਾਂ ਦੇ ਵੱਲੋਂ ਛੋਟੇ ਬੱਚਿਆਂ ਨੂੰ ਬਚਾਇਆ ਗਿਆ। ਜੇ ਕੋਈ ਦੁੱਖ ਦੀ ਘੜੀ ਮਾਂ ਪਿਓ ਦੇ ਵਾਸਤੇ ਬਹੁਤ ਮਾੜੀ ਆ, ਪਰ ਚਲੋ ਫਿਰ ਉਹਨੇ ਬਹਾਦਰੀ ਕੀਤੀ ਆ, ਸਾਨੂੰ ਮਾਣ ਆ। ਚਲੋ, ਬਹੁਤ ਬਹੁਤ ਧੰਨਵਾਦ ਜੀ। ਸਾਡੇ ਨਾਲ ਇਸ ਪਿੰਡ ਦੇ ਜਿਹੜੇ ਸਰਪੰਚ ਨੇ ਉਹ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਹਾਂਜੀ, ਕੀ ਸ਼ੁਭ ਨਾਮ ਹੈ ਜੀ? ਪਾਰਥਿਵ ਸਿੰਘ। ਕਿਵੇਂ ਜਿਹੜਾ ਸਫਲਤਾ ਹਾਸਲ ਹੋਈ ਜਿਹੜੀ ਮਨਜੀਤ ਸਿੰਘ ਹੁਣਾਂ ਦੀ ਡੈਡ ਬੋਡੀ ਜਿਹੜੀ? ਦੇਖੋ ਜੀ, ਅਮਰੀਕਾ ਦੇ ਵਿੱਚ ਉਹ ਵੀਰ ਨੇ ਮਨੁੱਖਤਾ ਦੇ ਨਾਮ ਤੇ ਆਪਣੀ ਜਿਹੜੀ ਸ਼ਹੀਦੀ ਦਿੱਤੀ ਆ। ਮੈਂ ਸਮਝਦਾ ਕਿ ਜਦੋਂ ਵੀ ਅਸੀਂ ਕੋਈ ਕੁਰਬਾਨੀ ਦਾ ਕੰਮ ਕਰਦੇ ਹਾਂ, ਜਦੋਂ ਅਸੀਂ ਆਪਣੇ ਦੇਸ਼ ਲਈ ਕਰਦੇ ਹਾਂ ਤਾਂ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ। ਪਰ ਜਦੋਂ ਅਸੀਂ ਮਨੁੱਖਤਾ ਦੇ ਲਈ ਕੋਈ ਕੰਮ ਕਰਦੇ ਹਾਂ, ਇਨਸਾਨੀਅਤ ਦੀ ਜਿਹੜੀ ਮਿਸਾਲ ਪੈਦਾ ਕੀਤੀ ਆ, ਉਹ ਮੇਰੇ ਪਿੰਡ ਦਾ ਮੇਰਾ ਭਰਾ ਜਿਹੜਾ ਮਨਜੀਤ ਸਿੰਘ ਆ ਉਹਦੇ ਵੱਲੋਂ ਕੀਤੀ ਗਈ ਹੈ। ਡੈਡ ਬੋਡੀ ਲਿਆਉਣ ਦੇ ਲਈ ਇਹ ਦੋਨਾਂ ਸਰਕਾਰਾਂ ਦਾ ਆਪਸੀ ਤਾਲਮੇਲ ਹੋਣਾ ਬਹੁਤ ਜ਼ਰੂਰੀ ਸੀ। ਜਿਹੜੇ ਵੀ ਉਹਦੇ ਉੱਧਰ ਸੱਜਣ ਬੇਲੀ ਯਾਰ ਮਿੱਤਰ ਸਨ, ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਦੀਆਂ ਫਾਰਮੈਲਿਟੀਜ਼ ਤਾਂ ਉਹਨਾਂ ਨੇ ਕੰਪਲੀਟ ਕੀਤੀਆਂ, ਪਰ ਭਾਰਤ ਸਰਕਾਰ ਦੇ ਵਿੱਚ ਸਾਡੇ ਜਿਹੜੇ ਮੌਜੂਦਾ ਐਮਪੀ ਨੇ ਸਨੀ ਦਿਓਲ ਜੀ, ਉਹਨਾਂ ਵਰ ਨਾਲ ਰਾਬਤਾ ਜਦੋਂ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਪੂਰੀ ਸਪੋਰਟ ਦੇ ਨਾਲ, ਪੂਰੀ ਡੈਡੀਕੇਸ਼ਨ ਦੇ ਨਾਲ ਇਹ ਕੰਮ ਨੂੰ ਆਪਣੀ ਦਿਲਚਸਪੀ ਦਿਖਾਉਂਦੇ ਹੋਏ ਮਾਤਰ 10 ਤੋਂ 11 ਦਿਨ ਦੇ ਵਿੱਚ ਹੀ ਜਿਹੜੀ ਪਾਰਥਿਵ ਸਰੀਰ ਸੀ ਉਹਨੂੰ ਸਾਡੇ ਪਿੰਡ ਦੇ ਵਿੱਚ ਪਹੁੰਚਾ ਦਿੱਤਾ। ਕਿਵੇਂ ਮਤਲਬ ਕਿੱਦਾਂ ਦਾ ਜਿਹੜਾ ਉੱਧਰ ਦੇ ਲੋਕ ਨੇ, ਕਿਉਂਕਿ ਉੱਥੇ ਜਿਹੜੇ ਬੱਚੇ ਉਹਨਾਂ ਨੂੰ ਨੇ ਜਿਹੜੇ ਬਚਾਏ ਨੇ ਉਹ ਉੱਧਰ ਦੇ ਲੋਕਾਂ ਦੇ ਰਹਿਣ ਵਾਲੇ ਸਨ, ਉਹ ਉੱਧਰ ਦੇ ਲੋਕਾਂ ਦੇ ਵੱਲੋਂ ਕੀ ਮਹਿਸੂਸ ਕੀਤਾ ਜਾ ਰਿਹਾ? ਤੁਹਾਡੀ ਕਿਸੇ ਨਾਲ ਗੱਲ? ਜੀ, ਮੇਰੀ ਕਾਫੀ ਲੋਕਾਂ ਦੇ ਨਾਲ ਉੱਧਰ ਗੱਲ ਹੋਈ ਹੈ। ਜਦੋਂ ਅਸੀਂ ਕੋਈ ਮਨੁੱਖਤਾ ਦੇ ਲਈ, ਇਨਸਾਨੀਅਤ ਲਈ ਕੁਰਬਾਨੀ ਦਿੰਦੇ ਹਾਂ ਤਾਂ ਸਾਡੇ ਆਮ ਲੋਕ ਜਿਹੜੇ ਆ ਜਾਂ ਸਰਕਾਰਾਂ ਨੇ ਜਿਹੜੀਆਂ ਉਹ ਜ਼ਰੂਰ ਉਹਨੂੰ ਐਪਰੀਸ਼ੀਏਟ ਕਰਦੀਆਂ ਨੇ। ਤਾਂ ਉੱਥੋਂ ਦੇ ਲੋਕਾਂ ਨੇ ਵੀ ਬਹੁਤ ਸਾਡੇ ਵੀਰ ਦੇ ਲਈ ਦੁਆਵਾਂ ਕੀਤੀਆਂ ਨੇ। ਗੁਰਦੁਆਰਿਆਂ ਦੇ ਵਿੱਚ ਅਰਦਾਸ ਸਮਾਗਮ ਹੋ ਰਹੇ ਨੇ। ਅਮਰੀਕਾ ਦੀ ਗਵਰਨਮੈਂਟ ਵੱਲੋਂ ਜਿੱਥੇ ਉਹਨੇ ਸ਼ਹਾਦਤ ਦਿੱਤੀ ਹੈ 3 ਬੱਚਿਆਂ ਨੂੰ ਬਚਾਉਂਦਿਆਂ ਹੋਇਆਂ, ਉਹਨਾਂ ਨੂੰ ਤਾਂ ਬਚਾ ਗਿਆ ਪਰ ਆਪਣੀ ਜਾਨ ਦਾ ਬਲੀਦਾਨ ਉਹ ਦੇ ਗਿਆ। ਤਾਂ ਉਸ ਜਗ੍ਹਾ ਦੀ ਜਿਹੜੀ ਜਿੱਥੇ ਪਾਰਕ ਬਣੀ ਹੋਈ ਉਹਦਾ ਨਾਮ ਮੇਰੇ ਵੀਰ ਮਨਜੀਤ ਸਿੰਘ ਦੇ ਨਾਮ ਤੇ ਰੱਖਿਆ ਗਿਆ। ਉੱਥੇ ਉਹਦਾ ਸਟੈਚੂ ਵੀ ਲੱਗ ਰਿਹਾ। ਅਮਰੀਕਾ ਦਾ ਜਿਹੜਾ ਫਲੈਗ ਆ, ਨੈਸ਼ਨਲ ਫਲੈਗ, ਉਹਨੂੰ ਵੀ ਡਾਊਨ ਕੀਤਾ ਗਿਆ ਉਹਦੇ ਸਤਿਕਾਰ ਵਜੋਂ।
ਸੋ ਉੱਥੇ ਤਾਂ ਬਹੁਤ ਹੋ ਰਿਹਾ, ਬਟ ਮੈਂ ਆਪਣੇ ਪੰਜਾਬ ਦੇ ਵਿੱਚ ਕਹਿਣਾ ਚਾਹੂੰਗਾ ਕਿ ਮਨੁੱਖਤਾ ਦੀ ਜਿਹੜੀ ਉਹਨੇ ਇੱਕ ਮਿਸਾਲ ਕਾਇਮ ਕੀਤੀ ਆ, ਤਾਂ ਸਾਡੀ ਗਵਰਨਮੈਂਟ ਵੱਲੋਂ ਸਟਿਲ ਅਜੇ ਤੱਕ ਕੋਈ ਵੀ ਇਦਾਂ ਦਾ ਐਲਾਨ ਨਹੀਂ ਕੀਤਾ ਗਿਆ। ਉਹ ਨੇ ਜਿਹੜੀ ਸ਼ਹੀਦੀ ਦਿੱਤੀ ਉਹਨੇ ਸਿਰਫ ਆਪਣੀ ਕੌਮ ਦੇ ਲਈ ਨਹੀਂ ਦਿੱਤੀ, ਪੰਜਾਬੀਆਂ ਲਈ ਨਹੀਂ ਦਿੱਤੀ, ਉਹਨੇ ਇਨਸਾਨੀਅਤ ਦੇ ਨਾਤੇ ਸ਼ਹੀਦੀ ਦਿੱਤੀ ਹੈ। ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਉਸ ਦੇ ਪਰਿਵਾਰ ਦੀ ਜਿਹੜੀ ਬਾਂਹ ਫੜੀ ਜਾਵੇ। ਜਿਹੜਾ ਸਾਡਾ ਪਿੰਡ ਆ ਉਹਦੇ ਵਿੱਚ ਕੋਈ ਨਾ ਕੋਈ ਅਜਿਹੀ ਪ੍ਰੈਕਟੀਕਲ ਤੌਰ ਤੇ ਜਿਹੜੀ ਉਹਦੀ ਯਾਦਗਾਰ ਬਣਾਈ ਜਾਏ, ਤਾਂ ਕਿ ਆਉਣ ਵਾਲੇ ਜਿਹੜੇ ਸਾਡੀਆਂ ਜਨਰੇਸ਼ਨਸ ਆ ਉਹਨਾਂ ਨੂੰ ਪਤਾ ਲੱਗ ਸਕੇ ਕਿ ਜਦੋਂ ਅਸੀਂ ਇਨਸਾਨੀਅਤ ਦੇ ਨਾਤੇ ਕੋਈ ਕੰਮ ਕਰਦੇ ਹਾਂ ਤਾਂ ਉਹਦਾ ਜਿਹੜਾ ਮੁੱਲ ਆ ਉਹ ਸਮੇਂ ਦੀਆਂ ਸਰਕਾਰਾਂ ਜ਼ਰੂਰ ਪਾਉਂਦੀਆਂ ਨੇ। ਮੈਂ ਨਾਲ ਹੀ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਮੀਡੀਆ ਦੇ ਮਾਧਿਅਮ ਰਾਹੀਂ ਕਿ ਉਹਦਾ ਜਿਹੜਾ ਵੱਡਾ ਵੀਰ ਆ, ਸੋ ਕੋਸ਼ਿਸ਼ ਕੀਤੀ ਜਾਏ ਕਿ ਉਹਨੂੰ ਗਵਰਨਮੈਂਟ ਵੱਲੋਂ ਕੋਈ ਨਾ ਕੋਈ ਜਿਹੜੀ ਏਡ ਆ ਜ਼ਰੂਰ ਮਿਲੇ, ਚਾਹੇ ਗਵਰਨਮੈਂਟ ਜੌਬ ਆ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਸਹਾਇਤਾ ਉਹ ਹੋਣੀ ਚਾਹੀਦੀ ਆ। ਕੀ ਗਵਰਨਮੈਂਟ ਦੇ ਪੰਜਾਬ ਗਵਰਨਮੈਂਟ ਦੇ ਕਿਸੇ ਜਿਹੜੇ ਪ੍ਰਤੀਨਿਧੀ ਨੇ ਇੱਥੇ ਪਹੁੰਚ ਕੀਤੀ ਹੈ ਜਾਂ ਇਸ ਬਾਰੇ ਪੁੱਛਣ ਦੀ ਕੋਸ਼ਿਸ਼? ਸਾਡੇ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਜੀ ਆ ਕੈਬਨਿਟ ਮੰਤਰੀ, ਉਹ ਪਰਿਵਾਰ ਦੇ ਨਾਲ ਅਫਸੋਸ ਕਰਕੇ ਗਏ ਆ, ਬਟ ਅਜੇ ਤੱਕ ਜੇਕਰ ਪਰਿਵਾਰ ਦੀ ਬਾਂਹ ਫੜਨ ਦੀ ਗੱਲ ਕੀਤੀ ਜਾਏ ਤਾਂ ਕਿਸੇ ਨੇ ਨਹੀਂ ਫੜੀ। ਕੀ ਮੰਗ ਕਰਦੇ ਹੋ ਜਿਹੜੀ ਸਰਕਾਰ ਤੋਂ? ਇੱਕ ਤਾਂ ਤੁਸੀਂ ਉਹਨਾਂ ਦੇ ਬ੍ਰਦਰ ਵੱਲੋਂ ਕਿਹਾ, ਹੋਰ ਕਿੱਦਾਂ ਦੀ ਮੰਗ ਤੁਸੀਂ ਕਰਦੇ? ਦੇਖੋ, ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਸਾਨੂੰ ਕੁਝ ਨਾ ਕੁਝ ਨਵੀਂ ਜਨਰੇਸ਼ਨ ਆਉਣ ਵਾਲੀ ਪੀੜ੍ਹੀ ਦੇ ਲਈ ਸਾਨੂੰ ਜ਼ਰੂਰ ਉਹਦੀ ਯਾਦਗਾਰ ਜਿਹੜੀ ਬਣਾਉਣੀ ਚਾਹੀਦੀ ਹੈ। ਤਾਂ ਮੈਂ ਗੇਟ ਦੀ ਸਰਕਾਰ ਦੇ ਕੋਲੋਂ ਡਿਮਾਂਡ ਨਹੀਂ ਕਰਦਾ, ਕਿਉਂਕਿ ਗੇਟ ਇੱਕ ਜਸਟ ਨਾਟ ਅ ਇਮੂਵੇਬਲ ਪ੍ਰੋਪਰਟੀ। ਸੋ ਸਾਨੂੰ ਪ੍ਰੈਕਟੀਕਲ ਯਾਦਗਾਰਾਂ ਵੱਲ ਆਉਣਾ ਚਾਹੀਦਾ ਆ। ਮੈਂ ਸਮਝਦਾ ਕਿ ਮੇਰੇ ਪਿੰਡ ਦੇ ਸਕੂਲ ਦੀ ਹਾਲਤ ਜਿਹੜੀ ਆ ਬਹੁਤ ਖਰਾਬ ਆ। ਸੋ ਸਕੂਲ ਦਾ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਚਾਹੀਦਾ, ਉਹਨੂੰ ਅਪਗ੍ਰੇਡ ਕਰਕੇ ਉੱਥੇ ਇੱਕ ਪਾਰਕ ਬਣੇ, ਉੱਥੇ ਉਹਦਾ ਸਟੈਚੂ ਲੱਗੇ ਐਂਡ ਐਂਟਰੈਂਸ 'ਤੇ ਉਹਦਾ ਇੱਕ ਬੋਰਡ ਲੱਗੇ, ਤਾਂ ਡੈਫੀਨੇਟਲੀ ਲੋਕਾਂ ਨੂੰ ਮਾਣ ਹੋਏ ਪਿੰਡ ਦੇ ਵਿੱਚ ਆਉਂਦੇ ਆ ਕਿ ਅਸੀਂ ਸ਼ਹੀਦ ਮਨਜੀਤ ਸਿੰਘ ਦੇ ਪਿੰਡ ਦੇ ਵਿੱਚ ਜਾ ਰਹੇ ਹਾਂ। ਇਹਦੇ ਨਾਲ ਹੀ ਮੈਂ ਪਰਿਵਾਰ ਦੀ ਸਪੋਰਟ ਦੀ ਜ਼ਰੂਰ ਗਵਰਨਮੈਂਟ ਨੂੰ ਡਿਮਾਂਡ ਕਰਾਂਗਾ, ਕਿਉਂਕਿ ਉਹ ਇੱਕ ਪਰਿਵਾਰ ਦੇ ਵਿੱਚ ਇਕਲੌਤਾ ਅਜਿਹਾ ਜੀ ਸੀ ਸਾਡਾ ਜਿਹੜਾ ਅਮਰੀਕਾ ਦੇ ਵਿੱਚ ਰੋਜੀ ਰੋਟੀ ਦੇ ਖਾਤਰ ਗਿਆ ਸੀ। ਸੋ ਪਿਤਾ ਦੇ ਉਹਦੀ ਨੇ ਵੀ 50-60 ਲੱਖ ਰੁਪਈਆ ਲਾ ਕੇ ਉਹਨੂੰ ਭੇਜਿਆ, ਤਾਂ ਕਹਿ ਸਕਦੇ ਹਾਂ ਕਿ ਨਾ ਪੈਸਾ ਰਿਹਾ ਤਾਂ ਨਾ ਪੁੱਤ ਰਿਹਾ। ਸੋ ਗਵਰਨਮੈਂਟ ਨੂੰ ਜ਼ਰੂਰ ਕੋਈ ਨਾ ਕੋਈ ਸਪੋਰਟ ਕਰਨੀ ਚਾਹੀਦੀ ਆ। ਬਹੁਤ ਧੰਨਵਾਦ ਜੀ। ਜੀ ਤੁਸੀਂ ਦੱਸੋ ਜੀ, ਕੀ ਕਹਿਣਾ ਚਾਹੁੰਦੇ ਇਸ ਚੀਜ਼ ਨੂੰ ਲੈ? ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਅਸੀਂ ਕਿ ਸਰਕਾਰ ਨੂੰ ਚਾਹੀਦਾ, ਆਪਣੀ ਪੰਜਾਬ ਸਰਕਾਰ ਨੂੰ, ਭਾਰਤ ਸਰਕਾਰ ਨੂੰ ਚਾਹੀਦਾ ਕੁਝ ਨਾ ਕੁਝ ਨਾ ਕਰਨਾ ਚਾਹੀਦਾ। ਜਿੱਦਾਂ ਉਹਨਾਂ ਦਾ ਵੱਡਾ ਲੜਕਾ ਵਾ ਉਹਨੂੰ ਨੌਕਰੀ ਮਿਲਣੀ ਚਾਹੀਦੀ ਹੈ, ਉਹ ਆਉਣ ਵਾਲੀ ਇਹਨਾਂ ਦੀ ਜ਼ਿੰਦਗੀ ਚੰਗੀ ਤਰ੍ਹਾਂ ਬਤੀਤ ਹੋ ਜਾਵੇ। ਤਾਂ ਪਰਿਵਾਰ ਵੱਲੋਂ ਪੈਲੀ ਵੇਚ ਕੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਆਪਣੇ ਪੁੱਤ ਨੂੰ ਬਾਹਰ ਭੇਜਿਆ ਸੀ। ਤਾਂ ਨਾ ਹੁਣ ਪੁੱਤ ਹੀ ਰਿਹਾ, ਨਾ ਪੈਲੀ ਰਹੀ, ਕੁਝ ਵੀ ਨਹੀਂ ਰਿਹਾ। ਪਰ ਇਹ ਆ ਕਿ ਆਉਣ ਵਾਲੇ ਸਮੇਂ ਦੇ ਹਾਲਾਤ ਤਾਂ ਮਾੜੇ, ਆਉਣ ਵਾਲੇ ਸਮੇਂ ਤੱਕ ਇਹਨਾਂ ਨੂੰ ਕੁਝ ਨਾ ਕੁਝ ਸਰਕਾਰਾਂ ਨੂੰ ਚਾਹੀਦਾ ਸਾਡੀ ਬਾਂਹ ਫੜਨੀ, ਕੋਈ ਇਹਨਾਂ ਦੇ ਪਰਿਵਾਰ ਦੇ ਲੜਕੇ ਨੂੰ ਕੁਝ ਨੌਕਰੀ ਮਿਲ ਜਾਂਦੀ ਕਿ ਇਹਦੇ ਸਿਰ 'ਤੇ ਆਪਣਾ ਜ਼ਿੰਦਗੀ ਭਰ ਦਾ ਗੁਜ਼ਾਰਾ ਕਰ ਸਕਦਾ। ਸਾਡੇ ਨਾਲ ਇਸ ਪਿੰਡ ਦੇ ਹੋਰ ਵੀ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਹਾਂਜੀ, ਕੀ ਨਾਮ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਦੇ? ਮੇਰਾ ਨਾਮ ਜੀ ਸੁਖਵਿੰਦਰ ਕੌਰ ਹੈ ਔਰ ਮੈਂ ਮਨਜੀਤ ਸਿੰਘ ਦੀ ਸ਼ਹਾਦਤ ਨੂੰ ਸਭ ਤੋਂ ਪਹਿਲਾਂ ਸਿਜਦਾ ਕਰਦੀ ਹਾਂ, ਜਿਹਨੇ ਕਿ ਪੂਰੇ ਵਰਲਡ ਦੇ ਵਿੱਚ ਜਿੱਥੇ ਪੰਜਾਬੀਅਤ ਦਾ ਨਾਮ ਰੋਸ਼ਨ ਕੀਤਾ, ਉੱਥੇ ਨਾਲ ਹੀ ਬਹੁਤ ਹੀ ਜਿਸ ਤਰ੍ਹਾਂ ਇੱਕ ਵਡਮੁੱਲਾ ਕਾਰਜ ਮੈਂ ਕਹਿ ਸਕਦੀ ਹਾਂ ਕਿ ਕਿਸੇ ਦੇ ਬੱਚਿਆਂ ਬਦਲੇ ਆਪਣੀ ਜਾਨ ਨਿਸ਼ਾਵਰ ਕਰਨਾ, ਔਰ ਬਹੁਤ ਹੀ ਵੱਡਾ ਕਾਰਜ ਕਰਕੇ ਉਹਨੇ ਸਿੱਖ ਕੌਮ ਦਾ ਜਿੱਥੇ ਨਾਮ ਰੋਸ਼ਨ ਕੀਤਾ, ਉੱਥੇ ਨਾਲ ਹੀ ਪੂਰੇ ਵਰਲਡ ਦੇ ਵਿੱਚ ਆਪਣੇ ਪਰਿਵਾਰ ਨੂੰ ਵੀ ਜਿਹੜੀ ਹੈ ਬਹੁਤ ਵੱਡੀ ਇੱਕ ਕਿਸਮ ਦੀ ਦੇਣ ਦਿੱਤੀ ਹੈ। ਅਤੇ ਠੀਕ ਹੈ, ਅੱਜ ਉਹਨਾਂ ਦੀ ਸ਼ਹਾਦਤ ਅਸੀਂ ਭੁੱਲ ਤਾਂ ਨਹੀਂ ਸਕਦੇ, ਕਿਉਂਕਿ ਮਨਜੀਤ ਸਿੰਘ ਸ਼ੀਨਾ ਜੋ ਨਾਮ ਰੋਸ਼ਨ ਕਰ ਗਿਆ ਹੈ ਉਹ ਕੋਈ ਵੀ ਨਹੀਂ ਕਰ ਸਕਦਾ। ਕਿਸੇ ਦੇ ਬੱਚਿਆਂ ਨੇ ਆਪਣੀ ਜਾਨ ਦੇਣਾ, ਆਪਣੀ ਕੁਰਬਾਨੀ ਕਰਨਾ ਬਹੁਤ ਵੱਡੀ ਜਿਹੜੀ ਉਹ ਦੇਣ ਹੈ, ਔਰ ਮੈਂ ਮਾਣ ਮਹਿਸੂਸ ਕਰਦੀ ਹਾਂ ਕਿ ਉਹ ਸਾਡੇ ਪਿੰਡ ਦਾ ਵਸਨੀਕ ਸੀ, ਜਿੱਥੇ ਉਹਨੇ ਪੂਰੇ ਵਰਲਡ ਦੇ ਵਿੱਚ ਨਾਮ ਰੋਸ਼ਨ ਕੀਤਾ। ਠੀਕ ਹੈ, ਅੱਜ ਉਹਦੀ ਕਮੀ ਅਸੀਂ ਪੂਰੀ ਤਾਂ ਨਹੀਂ ਕਰ ਸਕਦੇ, ਪਰਿਵਾਰ ਨੂੰ ਜਿਹੜਾ ਘਾਟਾ ਪਿਆ ਉਹ ਪੂਰਾ ਤਾਂ ਨਹੀਂ ਹੋ ਸਕਦਾ, ਲੇਕਿਨ ਫਿਰ ਵੀ ਉਹ ਸਾਡਾ ਇੱਕ ਮਾਣ ਮੈਂ ਕਹਿ ਸਕਦੀ ਹਾਂ ਸਾਡੀ ਪੰਜਾਬੀਅਤ ਲਈ ਸੀ। ਔਰ ਨਾਲ ਹੀ ਮੈਂ ਧੰਨਵਾਦ ਕਰਨਾ ਚਾਹਾਂਗੀ ਜਿਹੜੇ ਸਾਡੇ ਇਲਾਕੇ ਦੇ MP ਸਾਹਿਬਾਨ, ਸਨੀ ਦਿਓਲ ਸਾਹਿਬਾਨ, ਕਿ ਜਿਨ੍ਹਾਂ ਦੀ ਬਦੌਲਤ ਕਿ ਇਹ ਜਿਹੜੀ ਉਹਨਾਂ ਦੀ ਡੈੱਡ ਬੋਡੀ ਸੀ, ਜਿਹੜੀ ਕਿ ਮੈਨੂੰ ਨਹੀਂ ਲੱਗਦਾ ਕਿ ਉਹ ਪਹੁੰਚ ਸਕਦੀ ਜੇ ਉਹ ਇੰਨਾ ਮਤਲਬ ਕਿ ਜ਼ਿਆਦਾ ਚਾਰਾ ਨਾ ਕਰਦੇ। ਉਹਨਾਂ ਦੀ ਬਦੌਲਤ 11 ਦਿਨ ਦੇ ਵਿੱਚ ਹੀ ਸਾਡਾ ਪਿੰਡ ਦਾ ਮਾਣ ਜਿਹੜਾ ਸੀ, ਉਹਨਾਂ ਦਾ ਮਤਲਬ ਕਿ ਪਾਰਥਿਵ ਸਰੀਰ ਜਿਹੜਾ ਸੀ ਉੱਥੇ ਸਾਡੇ ਪਿੰਡ ਵਿੱਚ ਪਹੁੰਚਿਆ। ਮੈਂ ਬੇਹੱਦ ਧੰਨਵਾਦ ਕਰਦੀ ਹਾਂ, ਔਰ ਨਾਲ ਹੀ ਪੰਜਾਬ ਸਰਕਾਰ ਤੋਂ ਇਹ ਮੰਗ ਵੀ ਕਰੂੰਗੀ ਮੈਂ ਕਿ ਉਹਨਾਂ ਦੇ ਨਾਂ ਦਾ ਕੋਈ ਨਾ ਕੋਈ ਆਡੀਟੋਰੀਅਮ ਜਾਂ ਕੋਈ ਖੇਡ ਸਟੇਡੀਅਮ ਜਾਂ ਕੁਛ ਨਾ ਕੁਛ ਪਿੰਡ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ, ਤਾਂ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਸ ਗੱਲ ਨੂੰ ਯਾਦ ਕਰੇ ਕਿ ਆਪਣੇ ਦੇਸ਼ ਦੇ ਲਈ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਸਿੱਖ ਕੌਮ ਜਿਹੜਾ ਹੈ ਉਹ ਪਿੱਛੇ ਨਹੀਂ ਹਟਦਾ। ਸਿੱਖ ਧਰਮ ਜਿਹੜਾ ਹੈ ਆਉਣ ਵਾਲੀਆਂ ਮਤਲਬ ਪੀੜ੍ਹੀਆਂ ਨੂੰ ਇਹ ਨਸੀਹਤ ਮਿਲਣੀ ਚਾਹੀਦੀ ਹੈ। ਇਸ ਕਰਕੇ ਮੈਂ ਮੰਗ ਕਰੂੰਗੀ ਸਰਕਾਰ ਤੋਂ ਕਿ ਉਹ ਜ਼ਰੂਰ ਮਤਲਬ ਕਿ ਇਹਦੇ ਵੱਲ ਵਿਚਾਰਾ ਜ਼ਰੂਰ ਕਰਨ ਇਸ ਗੱਲ ਨੂੰ ਲੈ ਕੇ। ਬਹੁਤ ਧੰਨਵਾਦ ਜੀ। ਸਾਡੇ ਨਾਲ ਇੱਕ ਵਾਰੀ ਫੇਰ ਸਰਪੰਚ ਸਾਹਿਬ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਕਿੱਦਾਂ ਉਹਨਾਂ ਨੇ ਜਿਹੜਾ ਰਾਬਤਾ ਜਿਹੜਾ ਸਨੀ ਦਿਓਲ ਜੀ ਨਾਲ ਕਾਇਮ ਕੀਤਾ ਤੇ ਕਿੱਦਾਂ ਸਾਰਾ ਪ੍ਰੋਸੈਸ ਹੋਇਆ। ਹਾਂਜੀ, ਇੱਕ ਵਾਰੀ ਦੱਸ ਦਿਓ ਜੀ ਕਿ ਕੀ ਸੀਗਾ ਸਾਰਾ ਪ੍ਰੋਸੈਸ?
ਜਦੋਂ ਸਾਡੇ ਵੀਰ ਦੀ ਇੱਥੇ ਪਤਾ ਲੱਗਾ 6 ਤਰੀਕ ਨੂੰ ਕਿ ਉਹਦੀ ਡੈਥ ਹੋ ਚੁੱਕੀ ਆ, ਤਾਂ ਬੀਇੰਗ ਅ ਸਰਪੰਚ ਆਫ ਦਿਸ ਵਿਲੇਜ ਮੇਰੀ ਇੱਕ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਮੈਂ ਉਹਦੀ ਡੈੱਡ ਬੋਡੀ ਜਿਹੜੀ ਆ ਉਹਨੂੰ ਲਿਆ ਕੇ ਤੇ ਉਹਦਾ ਅੰਤਿਮ ਸੰਸਕਾਰ ਆਪਣੇ ਉਹਦੇ ਜਨਮ ਭੂਮੀ ਦੇ ਵਿੱਚ ਹੋ ਸਕੇ। ਤਾਂ ਅਸੀਂ 8 ਤਰੀਕ ਨੂੰ ਆਲਮੋਸਟ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤੇ ਸਾਡੇ ਜਿਹੜੇ ਐਮਪੀ ਅਜੇ ਸਿੰਘ ਦਿਓਲ ਜਾਂ ਹੋਰ ਵੀ ਜਿਹੜੇ ਸਾਡੀਆਂ ਮਿਨਿਸਟਰੀਜ਼ ਆ ਉਹਨਾਂ ਨੂੰ ਅਸੀਂ ਲੈਟਰਸ ਕੱਢੀਆਂ ਸੀ ਕਿ ਉਹਦੀ ਜਿਹੜੀ ਡੈੱਡ ਬੋਡੀ ਇੱਥੇ ਲਿਆਂਦੀ ਜਾਵੇ। ਤਾਂ ਸਨੀ ਦਿਓਲ ਜੀ ਦੇ ਪੀਏ ਪੰਕਜ ਜੋਸ਼ੀ ਜੀ ਵੱਲੋਂ ਸਾਡੇ ਨਾਲ ਰਾਬਤਾ ਕਾਇਮ ਕੀਤਾ ਗਿਆ ਕਿ ਅਗਰ ਤੁਹਾਨੂੰ ਕੋਈ ਸਪੋਰਟ ਚਾਹੀਦੀ ਹੈ ਤਾਂ ਦੱਸੋ। ਅਮਰੀਕਾ ਦੇ ਵਿੱਚ ਤਾਂ ਉੱਥੋਂ ਫਾਰਮੈਲਿਟੀਜ਼ ਕੰਪਲੀਟ ਕਰ ਰਹੇ ਸੀ, ਬਟ ਇੰਡੀਆ ਗਵਰਨਮੈਂਟ ਤੋਂ ਜਿਹੜੀਆਂ ਫਾਰਮੈਲਿਟੀਜ਼ ਆ ਉਹ ਸਾਰੀਆਂ ਹੀ ਸਨੀ ਦਿਓਲ ਜੀ ਵੱਲੋਂ ਕੰਪਲੀਟ ਸਰ ਵੇਖਿਆ ਜਾਂਦਾ ਕਿ ਮਤਲਬ ਜਦੋਂ ਆਪਾਂ ਸੈਂਟਰ ਮਿਨਿਸਟਰੀ ਜਾਂ ਫਿਰ ਸੈਂਟਰ ਦੇ ਕਿਸੇ ਜਨ ਪ੍ਰਤੀਨਿਧੀ ਦੇ ਨਾਲ ਸੰਪਰਕ ਕਰਦੇ ਹਾਂ ਤਾਂ ਕਾਫੀ ਦੇਰ ਲੱਗ ਜਾਂਦੀ ਹੈ ਇਹਨਾਂ ਚੀਜ਼ਾਂ ਨੂੰ, ਤੇ ਕੀ ਸਮਝਦੇ ਹੋ ਇਸ ਚੀਜ਼ ਨੂੰ? ਦੇਖੋ ਜੀ, ਮੈਂ ਪੋਲੀਟੀਕਲ ਬਿਲਕੁਲ ਨਹੀਂ ਆ, ਸੋ ਮੈਂ ਇੱਕ ਸਮਾਜ ਸੇਵਾ ਦੇ ਤੌਰ 'ਤੇ ਆਪਣੇ ਪਿੰਡ ਦਾ ਕੰਮ ਕਰ ਰਿਹਾ। ਬਟ ਮੈਜੋਰਿਟੀ 'ਚ ਦੇਖਿਆ ਜਾਂਦਾ ਕਿ ਜਦੋਂ ਵੀ ਅਸੀਂ ਗਵਰਨਮੈਂਟ ਅਫੀਸ਼ੀਅਲਸ ਦੇ ਵਿੱਚ ਜਾਂ ਪੋਲੀਟੀਕਲ ਲੀਡਰਸ ਨੂੰ ਲੈਟਰਸ ਕੱਢਦੇ ਹਾਂ ਤਾਂ ਉਹਨਾਂ ਦਾ ਰਿਸਪੌਂਸ ਜਿਹੜਾ ਬਹੁਤ ਡਿਲੇ ਹੁੰਦਾ। ਸੋ ਸਮਟਾਈਮਸ ਸਾਨੂੰ ਬਾਰ-ਬਾਰ ਜਾ ਕੇ ਪੁੱਛਣਾ ਪੈਂਦਾ ਕਿ ਤੁਸੀਂ ਸਾਡੀ ਕਾਰਵਾਈ ਤੇ ਐਪਲੀਕੇਸ਼ਨ ਤੇ ਕੀ ਕੀਤਾ। ਬਟ ਇਹਨਾਂ ਦੇ ਨਾਲ ਮੇਰਾ ਥੋੜ੍ਹਾ ਜਿਹਾ ਐਕਸਪੀਰੀਅੰਸ ਜਿਹੜਾ ਉਹ ਥੋੜ੍ਹਾ ਨਹੀਂ ਕਾਫੀ ਡਿਫਰੈਂਟ ਸੀ ਕਿ ਮੈਂ ਜਦੋਂ ਇਹਨਾਂ ਨੂੰ ਲੈਟਰ ਭੇਜੀ ਆ ਤੇ ਇਹਨਾਂ ਦਾ ਖੁਦ ਅੱਗੋਂ ਰਿਪਲਾਈ ਆਇਆ। ਉਸ ਤੋਂ ਬਾਅਦ ਇਹਨਾਂ ਨੇ ਜਿੱਥੇ ਵੀ ਮਿਨਿਸਟਰੀਜ਼ ਨਾਲ ਮਿਨਿਸਟਰ ਨਾਲ ਗੱਲ ਕੀਤੀ ਉਹਨਾਂ ਨੂੰ ਲੈਟਰਸ ਫਾਰਵਰਡ ਕੀਤੀਆਂ ਤੇ ਉਹਦੇ ਨਾਲ ਇੱਕ ਮੈਨੂੰ ਵੀ ਇਹਨਾਂ ਨੇ ਪ੍ਰੂਫ ਵਾਈਜ਼ ਭੇਜਿਆ ਹੈ ਕਿ ਅਸੀਂ ਤੁਹਾਡੇ ਤੇ ਕਾਰਵਾਈ ਕਰ ਰਹੇ ਹਾਂ। ਐਂਡ ਸਭ ਤੋਂ ਮੇਨ ਕਿ ਜਦੋਂ ਅਮਰੀਕਾ ਤੋਂ ਫਾਰਮੈਲਿਟੀਜ਼ ਕੰਪਲੀਟ ਹੋ ਗਈਆਂ ਤਾਂ ਹੈਲਥ ਡਿਪਾਰਟਮੈਂਟ ਵੱਲੋਂ ਐਨਓਸੀ ਜਿਹੜੀ ਉਹ ਸਾਡੇ ਇੰਡੀਆ ਤੋਂ ਇਸ਼ੂ ਨਹੀਂ ਸੀ ਹੋਈ। ਅਗਰ ਉਹ ਸੇਮ ਡੇ ਉਸ ਦਿਨ ਹੋ ਜਾਂਦੀ ਤਾਂ ਨੈਕਸਟ ਡੇ ਦੀ ਆ ਸਕਦਾ ਸੀ ਇੱਥੇ, ਬਟ ਉਸ ਦਿਨ ਇੰਡੀਪੈਂਡੈਂਸ ਡੇ ਸੀ, ਸੈਟਰਡੇ ਵੀ ਸੀ। ਤਾਂ ਅਸੀਂ ਇਹਨਾਂ ਨਾਲ ਗੱਲ ਕੀਤੀ ਕਿ ਅਗਰ ਅੱਜ ਉਹ ਐਨਓਸੀ ਉਹਨਾਂ ਨੂੰ ਅਮਰੀਕਾ ਗਵਰਨਮੈਂਟ ਨੂੰ ਨਹੀਂ ਪਹੁੰਚਦੀ ਤਾਂ ਸਾਡੇ 4 ਤੋਂ 5 ਦਿਨ ਤੱਕ ਉਹਦੀ ਬਾਡੀ ਹੋਰ ਡਿਲੇ ਹੋ ਜਾਏਗੀ। ਤਾਂ ਉਹਨਾਂ ਨੇ ਸੇਮ ਇੰਡੀਪੈਂਡੈਂਸ ਡੇ ਵਾਲੇ ਦਿਨ ਆਪਣੀ ਜਿਹੜੀ ਸਾਡੀ ਐਨਓਸੀ ਸੀ ਉਹ ਪ੍ਰੋਵਾਈਡ ਉਹਨਾਂ ਨੂੰ ਕਰਵਾ ਦਿੱਤੀ ਅਮਰੀਕਾ ਗਵਰਨਮੈਂਟ ਨੂੰ। ਐਂਡ ਸਾਡੇ ਜਿਹੜਾ ਸ਼ਹੀਦ ਮਨਜੀਤ ਸਿੰਘ ਉਹਦੀ ਡੈੱਡ ਬੋਡੀ ਸੇਮ ਡੇ ਇੰਡੀਆ ਲਈ ਚੱਲ ਗਈ। ਤੋਂ 11 ਦਿਨ ਦੇ ਵਿੱਚ ਅਮਰੀਕਾ ਦੇ ਵਿੱਚੋਂ ਡੈੱਡ ਬੋਡੀ ਆਉਣਾ ਮੈਂ ਸਮਝਦਾ ਹਾਂ ਕਿ ਸ਼ਾਇਦ ਮੈਂ ਵੀ ਨਹੀਂ ਸੀ ਸੋਚਿਆ ਕਿ 10 ਤੋਂ 11 ਦਿਨ ਅਸੀਂ ਵੀ ਮਹੀਨਿਆਂ ਬੱਧੀ ਲੈ ਕੇ ਚੱਲ ਰਹੇ ਸੀ ਕਿ ਸ਼ਾਇਦ 1 ਮਹੀਨਾ ਜਾਂ 2 ਮਹੀਨੇ ਲੱਗ ਜਾਣਗੇ। ਤੋਂ 11 ਦਿਨ ਦੇ ਵਿੱਚ ਪਹੁੰਚਾਉਣਾ ਸੱਚ ਅ ਬਿਗ ਜੌਬ। ਤੋਂ ਮੈਂ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਸਾਡੇ ਸਾਰੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਇੱਥੇ ਪਰਸਨਲ ਇੰਟਰਸਟ ਲੈਂਦੇ ਹੋਏ ਮਾਤਰ 11 ਦਿਨ ਦੇ ਵਿੱਚ ਜਿਹੜੀ ਡੈੱਡ ਬੋਡੀ ਆ ਉਹ ਸਾਡੇ ਪਿੰਡ ਦੇ ਵਿੱਚੋਂ ਦੀ ਭੇਜੀ ਤੇ ਉਹਦੀਆਂ ਜਿਹੜੀਆਂ ਲਾਸਟ ਅੰਤਮ ਰਸਮਾਂ ਹੈਗੀਆਂ ਸੀ ਉਹ ਪਿੰਡ ਦੇ ਵਿੱਚ ਸੰਪੂਰਨ ਹੋ ਪਾਈਆਂ। ਥੈਂਕ ਯੂ ਜੀ। ਤੁਸੀਂ ਸਾਫ਼ ਤੌਰ 'ਤੇ ਵੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਮੈਂਬਰ ਪਾਰਲੀਮੈਂਟ ਜਿਹੜੇ ਗੁਰਦਾਸਪੁਰ ਤੋਂ ਸਨੀ ਦਿਓਲ ਨੇ ਉਹਨਾਂ ਦੇ ਵੱਲੋਂ ਜਿਹੜਾ ਇਹ ਸਾਰੀ ਗੱਲ ਨੂੰ ਆਪਣੇ ਧਿਆਨ ਦੇ ਵਿੱਚ ਜਿਹੜਾ ਪਹਿਲ ਦੇ ਆਧਾਰ 'ਤੇ ਲਿਆਉਂਦੇ ਹੋਏ ਜਿਹੜੀ ਇਹਨਾਂ ਦੀ ਡੈੱਡ ਬੋਡੀ ਹੈ ਅਮਰੀਕਾ ਤੋਂ ਵਾਪਸ ਜਿਹੜੀ ਹੈ ਇਹਨਾਂ ਦੇ ਪਿੰਡ ਪਹੁੰਚਾਈ ਹੈ ਤੇ ਪਿੰਡ ਵਾਲਿਆਂ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ ਤੇ ਸਰਕਾਰ ਤੋਂ ਕਿਤੇ ਨਾ ਕਿਤੇ ਮੰਗ ਵੀ ਕੀਤੀ ਹੈ ਕਿ ਇਹਨਾਂ ਦੀ ਜਿਹੜੀ ਹੈ ਸਰਕਾਰੀ ਸਹਾਇਤਾ ਕੀਤੀ ਜਾਵੇ ਜਾਂ ਫਿਰ ਪਿੰਡ ਦੇ ਵਿੱਚ ਕੋਈ ਨਾ ਕੋਈ ਆਡੀਟੋਰੀਅਮ ਜਾਂ ਫਿਰ ਸਕੂਲ ਦੇ ਵਿੱਚ ਕੋਈ ਇਹਨਾਂ ਦੇ ਨਾਮ ਦੀ ਕੋਈ ਚੀਜ਼ ਬਣਾਈ ਜਾਏ ਤਾਂ ਕਿ ਰਹਿੰਦੀ ਦੁਨੀਆ ਦੇ ਵਿੱਚ ਇਹਨਾਂ ਨੂੰ ਯਾਦ ਰੱਖਿਆ ਜਾ ਸਕੇ। ਕੈਮਰਾਮੈਨ ਕ੍ਰਿਸ਼ਨ ਗੋਪਾਲ ਦੇ ਨਾਲ ਸਾਹਿਲ ਮਹਿਤਾ, ਦੈਨਿਕ ਸਵੇਰਾ ਟੀਵੀ, ਸ਼ੀਨਾ ਰੇਲਵਾਲਾ, ਡੇਰਾ ਬਾਬਾ ਨਾਨਕ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।